प्यारे बच्चों, अज असी व्याकरण ਦੇ ਵਿਸ਼ੇ ਅਗੇਤਰ ਬਾਰੇ ਪੜਾਂਗੇ। ਇਸ ਵਿਸ਼ੇ ਬਾਰੇ ਪੜਨ ਤੋਂ ਪਹਿਲਾਂ ਅਸੀਂ ਭਾਸ਼ਾ ਅਤੇ ਵਿਆਕਰਣ ਇਸ ਬਾਰੇ ਵੀ ਥੋੜੀ ਜਿਹੀ ਚਰਚਾ ਕਰਾਂਗੇ। ਭਾਸ਼ਾ ਸੰਚਾਰ ਦਾ ਮੁੱਖ ਮਾਧਿਅਮ ਹੈ ਔਰ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਵਿੱਚ ਇਸ ਸਮੇਂ 6500 ਦੇ ਕਰੀਬ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਸੋ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਬੋਲਣ, ਲਿਖਣ ਜਾਂ ਪੜ੍ਹਨ ਲਈ ਕੁਝ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਉਹਨਾਂ ਨਿਯਮਾਂ ਦੇ ਸੰਗ੍ਰਹਿ ਨੂੰ ਵਿਆਕਰਣ ਕਿਹਾ ਜਾਂਦਾ ਹੈ। ਵਿਆਕਰਣ ਦੇ ਨਿਯਮਾਂ ਨੂੰ ਅਸੀਂ 4 ਰੂਪਾਂ ਵਿੱਚ ਵੰਡ ਸਕਦੇ ਹਾਂ, ਜਾਂ ਇਸ ਤਰ੍ਹਾਂ ਕਹਿ ਲਓ ਕਿ ਵਿਆਕਰਣ ਦੇ 4 ਰੂਪ ਹਨ: ਧੁਨੀਬੋਧ, ਸ਼ਬਦਬੋਧ, ਵਾਕਬੋਧ ਅਤੇ ਅਰਥਬੋਧ। ਵਿਆਕਰਣ ਦੇ ਸਾਰੇ ਨਿਯਮਾਂ ਨੂੰ ਇਹਨਾਂ 4 ਹਿੱਸਿਆਂ ਵਿੱਚ ਇਹ ਵੰਡਿਆ ਜਾਂਦਾ ਹੈ। ਧੁਨੀਬੋਧ ਵਿੱਚ ਅਸੀਂ ਖੰਡੀ ਅਤੇ ਅਖੰਡੀ ਧੁਨੀਆਂ ਦਾ ਅਧਿਐਨ ਕਰਦੇ ਹਾਂ, ਔਰ ਜਿਵੇਂ ਕਿ ਖੰਡੀ ਧੁਨੀਆਂ ਸਵਰ ਅਤੇ ਵਿਅੰਜਨ ਧੁਨੀਆਂ, ਅਖੰਡੀ ਵਿੱਚ ਸੁਰ, ਬਲ, ਨਾਸਿਕਤਾ। ਇਸੇ ਤਰ੍ਹਾਂ ਸ਼ਬਦਬੋਧ ਦੇ ਵਿੱਚ ਅਸੀਂ ਸਾਰਥਕ ਅਤੇ ਨਿਰਾਰਥਕ ਸ਼ਬਦਾਂ ਦਾ ਅਧਿਐਨ ਕਰਦੇ ਹਾਂ। ਸਾਰਥਕ ਸ਼ਬਦਾਂ ਵਿੱਚ ਤੁਸੀਂ ਸ਼ਬਦ ਸ਼੍ਰੇਣੀਆਂ ਜਿਵੇਂ ਕਿ ਨਾਮ, ਪੜਨਾਮ, ਕਿਰਿਆ ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ ਇਹਨਾਂ ਦਾ ਅਧਿਐਨ ਕਰਦੇ ਹੋ। ਇਸ ਦੇ ਨਾਲ ਨਾਲ ਸ਼ਬਦ ਰਚਨਾ ਦੀ ਨਿਯਮਾਂ ਬਾਰੇ ਵੀ ਇਸ ਭਾਗ ਵਿੱਚ ਗਿਆਨ ਲਿਆ ਜਾਂਦਾ ਹੈ। ਸ਼ਬਦ ਰਚਨਾ ਵਿੱਚ ਮੂਲ ਸ਼ਬਦ ਅਤੇ ਰਚਿਤ ਸ਼ਬਦ, ਜਿਸ ਬਾਰੇ ਅਸੀਂ ਅੱਗੇ ਗੱਲ ਕਰਾਂਗੇ, ਕਿਉਂਕਿ ਸਾਡਾ ਅੱਜ ਦਾ ਵਿਸ਼ਾ ਅਗੇਤਰ ਸ਼ਬਦਬੋਧ ਦਾ ਹੀ ਇੱਕ ਹਿੱਸਾ ਹੈ। ਇਸ ਤੋਂ ਬਾਅਦ ਵਾਕਬੋਧ। ਵਾਕ ਸ਼ਬਦਾਂ ਤੋਂ ਵਾਕੰਸ਼, ਵਾਕੰਸ਼ਾਂ ਤੋਂ ਉਪਵਾਕ ਔਰ ਫਿਰ ਵਾਕ ਬਣਦੇ ਹਨ। ਵਾਕਬੋਧ ਦੇ ਵਿੱਚ ਅਸੀਂ ਵਾਕ ਦੀ ਬਣਤਰ ਅਤੇ ਕਾਰਜ ਦੇ ਆਧਾਰ ਤੇ ਉਹਦਾ ਅਧਿਐਨ ਕਰਦੇ ਹਾਂ। ਬਣਤਰ ਦੇ ਆਧਾਰ ਤੇ ਵਾਕ ਨੂੰ ਸਧਾਰਨ, ਮਿਸ਼ਰਤ ਅਤੇ ਸੰਯੁਕਤ ਵਾਕਾਂ 'ਚ ਵੰਡਿਆ ਜਾਂਦਾ ਹੈ, ਜਦਕਿ ਕਾਰਜ ਦੇ ਆਧਾਰ ਤੇ ਅਸੀਂ ਵਾਕਾਂ ਨੂੰ ਹਾਂ-ਵਾਚਕ, ਨਾ-ਵਾਚਕ, ਪ੍ਰਸ਼ਨਿਕ ਅਤੇ ਵਿਸਮਿਕ ਵਾਕਾਂ ਵਿੱਚ ਇਹਨਾਂ ਦਾ ਅਧਿਐਨ ਕਰਦੇ ਹਾਂ। ਅਰਥਬੋਧ ਦੇ ਵਿੱਚ ਅਸੀਂ ਸ਼ਬਦਾਂ ਦੇ ਅਰਥਾਂ ਦਾ ਅਧਿਐਨ ਕਰਦੇ ਹਾਂ ਔਰ ਅਸੀਂ ਮੁਹਾਵਰੇ, ਅਖਾਣ, ਵਾਕੰਸ਼, ਬਹੁਅਰਥਕ, ਸਮਾਨਾਰਥਕ, ਵਿਰੋਧੀ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਇਹ ਸਾਰੇ ਹੀ ਉਪ ਵਿਸ਼ੇ ਅਸੀਂ ਵਿਆਕਰਣ ਦੇ ਇਸ ਹਿੱਸੇ ਵਿੱਚ ਉਹਨਾਂ ਦਾ ਅਧਿਐਨ ਕਰਦੇ ਹਾਂ। ਇਸ ਤੋਂ ਬਾਅਦ ਸ਼ਬਦਬੋਧ, ਜੋ ਅਸੀਂ ਜਿਸ ਬਾਰੇ ਹੁਣੇ ਗੱਲ ਕੀਤੀ, ਅਸੀਂ ਉਸ ਨੂੰ ਪੜਾਂਗੇ। ਸ਼ਬਦਬੋਧ ਦੇ ਵਿੱਚ ਅਸੀਂ ਸ਼ਬਦ ਦੀ ਸਭ ਤੋਂ ਪਹਿਲਾਂ ਪਰਿਭਾਸ਼ਾ ਦੇਖਾਂਗੇ। ਸ਼ਬਦ ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਤੇ ਅਰਥਪੂਰਨ ਇਕਾਈ ਨੂੰ ਕਹਿੰਦੇ ਹਨ। ਲਿਖਤ ਰੂਪ ਵਿੱਚ ਸ਼ਬਦ ਵਰਨਾਂ, ਲਗਾਂ ਅਤੇ ਲਗਾਂਖਰਾਂ ਦੇ ਸੁਮੇਲ ਤੋਂ ਬਣਾਏ ਜਾਂਦੇ ਹਨ। ਸ਼ਬਦ ਦੀ ਪਰਿਭਾਸ਼ਾ ਬਾਰੇ ਬਹੁਤ ਸਾਰੇ ਮਤਭੇਦ ਹਨ, ਲੇਕਿਨ ਫਿਰ ਵੀ ਅਸੀਂ ਬਲੂਮਫੀਲਡ, ਜੋ ਕਿ ਇੱਕ ਭਾਸ਼ਾ ਵਿਗਿਆਨੀ ਸੀ, ਉਸ ਦੀ ਪਰਿਭਾਸ਼ਾ ਨੂੰ ਹੀ ਹੁਣ ਤੱਕ ਅਸੀਂ ਉਹਨੂੰ ਸਵੀਕਾਰਦੇ ਹਾਂ। ਬਣਤਰ ਦੇ ਆਧਾਰ ਤੇ ਸ਼ਬਦ ਦੀਆਂ ਜੋ ਕਿਸਮਾਂ ਹਨ, ਉਹ 2 ਕਿਸਮਾਂ ਹਨ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਮੂਲ ਸ਼ਬਦ। ਹੁਣ ਜਦੋਂ ਅਸੀਂ ਅਗੇਤਰ ਦਾ ਅਧਿਐਨ ਕਰਾਂਗੇ ਤਾਂ ਉਸ ਦੇ ਵਿੱਚ ਅਸੀਂ ਮੂਲ ਸ਼ਬਦਾਂ ਬਾਰੇ ਖਾਸ ਧਿਆਨ ਰੱਖਾਂਗੇ। ਮੂਲ ਸ਼ਬਦ ਉਹ ਸ਼ਬਦ ਜਿਨ੍ਹਾਂ ਨੂੰ ਨਿਖੇੜਿਆ ਜਾਂ ਹੋਰ ਅੱਗੇ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ, ਜਿਵੇਂ ਗੁਣ, ਅਸੀਸ ਅਤੇ ਜ਼ੋਰ ਆਦਿ। ਹੁਣ ਇਹਨਾਂ ਸ਼ਬਦਾਂ ਦੇ ਵਿੱਚ ਅਗਰ ਅਸੀਂ ਇਹਨਾਂ ਨੂੰ ਘਟਾ ਕੇ ਦੇਖੀਏ ਜਾਂ ਨਿਖੇੜ ਕੇ ਵੇਖੀਏ ਤਾਂ ਗੁਣ ਵਿੱਚ ਨਾਣਾ ਹਟਾਇਆ ਇਹਦੀ ਸਾਰਥਕਤਾ ਖਤਮ ਹੋ ਜਾਂਦੀ ਹੈ, ਭਾਵ ਕਿ ਇਹਦਾ ਕੋਈ ਅਰਥ ਨਹੀਂ ਨਿਕਲਦਾ। ਇਸੇ ਤਰ੍ਹਾਂ ਅਸੀਸ ਅਤੇ ਜ਼ੋਰ ਸ਼ਬਦਾਂ ਨੂੰ ਅਗਰ ਅਸੀਂ ਇਹਨੂੰ ਨਿਖੇੜ ਦਿੰਦੇ ਹਾਂ, ਇਸ ਨੂੰ ਹੋਰ ਛੋਟਾ ਕਰਦੇ ਹਾਂ, ਤਾਂ ਉਹਨਾਂ ਦਾ ਆਪਣਾ ਕੋਈ ਅਰਥ ਨਹੀਂ ਨਿਕਲਦਾ, ਉਹ ਨਿਰਾਰਥਕ ਹੋ ਜਾਂਦੇ ਹਨ। ਸੋ ਮੂਲ ਸ਼ਬਦ ਭਾਸ਼ਾ ਦੇ ਉਹ ਸ਼ਬਦ ਹਨ ਜਿਨ੍ਹਾਂ ਨੂੰ ਹੋਰ ਨਿਖੇੜਿਆ ਨਹੀਂ ਜਾ ਸਕਦਾ, ਜੋ ਆਪਣੇ ਆਪ ਵਿੱਚ ਅਰਥਪੂਰਨ ਹੁੰਦੇ ਹਨ। ਬਣਤਰ ਦੇ ਆਧਾਰ ਤੇ ਸ਼ਬਦ ਦੀ ਦੂਜੀ ਕਿਸਮ ਰਚਿਤ ਸ਼ਬਦ ਹੈ। ਰਚਿਤ ਸ਼ਬਦ ਮੂਲ ਸ਼ਬਦਾਂ ਦੀ ਸਹਾਇਤਾ ਨਾਲ ਜੋ ਨਵੇਂ ਸ਼ਬਦ ਬਣਾਏ ਜਾਣ, ਉਹਨਾਂ ਨੂੰ ਰਚਿਤ ਸ਼ਬਦ ਕਿਹਾ ਜਾਂਦਾ ਹੈ। ਇਹ ਮੂਲ ਸ਼ਬਦਾਂ ਦੇ ਅੱਗੇ ਜਾਂ ਪਿੱਛੇ ਸ਼ਬਦਾਂਸ਼ ਲਗਾ ਕੇ ਜਾਂ 2 ਜਾਂ 2 ਤੋਂ ਵੱਧ ਸ਼ਬਦਾਂ ਨੂੰ ਜੋੜ ਕੇ ਬਣਾਏ ਜਾਂਦੇ ਹਨ। ਸੋ ਰਚਿਤ ਸ਼ਬਦ ਵੀ 2 ਤਰ੍ਹਾਂ ਦੇ ਹੁੰਦੇ ਹਨ। ਇੱਕ ਸਮਾਸੀ ਸ਼ਬਦ, ਜੋ 2 ਵੱਖ-ਵੱਖ ਸ਼ਬਦਾਂ ਨੂੰ ਜੋੜ ਕੇ ਬਣਾਏ ਜਾਂਦੇ ਹਨ, ਔਰ ਦੂਸਰਾ ਉਤਪੰਨ ਸ਼ਬਦ, ਜਿਨ੍ਹਾਂ ਦੇ ਵਿੱਚ ਅਸੀਂ ਅਗੇਤਰ ਜਾਂ ਪਿਛੇਤਰ ਉਹਨਾਂ ਦਾ ਅਧਿਐਨ ਕਰਦੇ ਹਾਂ। ਰਚਿਤ ਸ਼ਬਦ, ਇਹਦੇ 2 ਹਿੱਸੇ ਅਸੀਂ ਉਹਨਾਂ ਬਾਰੇ ਗੱਲ ਕੀਤੀ ਸੀ, ਇੱਕ ਸਮਾਸੀ ਸ਼ਬਦ ਔਰ ਇੱਕ ਉਤਪੰਨ ਸ਼ਬਦ। ਹੁਣ ਉਤਪੰਨ ਸ਼ਬਦ ਦੇ ਵਿੱਚ ਅਸੀਂ ਅਗੇਤਰ ਜਾਂ ਪਿਛੇਤਰਾਂ ਦਾ ਅਧਿਐਨ ਕਰਦੇ ਹਾਂ। ਸਭ ਤੋਂ ਪਹਿਲਾਂ ਸਮਾਸੀ ਸ਼ਬਦ ਦੇਖ ਲਈਏ। ਇਹ ਤੁਹਾਡੇ ਸਿਲੇਬਸ ਦੇ ਵਿੱਚ ਇਹ ਵੀ ਇੱਕ ਵਿਸ਼ਾ ਹੋਏਗਾ। ਸਮਾਸੀ ਸ਼ਬਦ ਤੋਂ ਭਾਵ 2 ਜਾਂ 2 ਤੋਂ ਵੱਧ ਸ਼ਬਦਾਂ ਦਾ ਜੋੜ, ਜੋ ਕਿ ਸੰਬੰਧਕ ਲਗਾ ਕੇ ਬਣਾਇਆ ਗਿਆ ਹੋਵੇ, ਨੂੰ ਸਮਾਸੀ ਸ਼ਬਦ ਕਹਿੰਦੇ ਹਨ। ਅਜਿਹੇ ਸ਼ਬਦਾਂ ਨੂੰ ਲਿਖਣ ਵੇਲੇ ਸੰਬੰਧਕ ਹਟਾ ਕੇ ਜੋੜਨੀ ਲਗਾ ਦਿੱਤੀ ਜਾਂਦੀ ਹੈ। ਜਿਵੇਂ ਕਿ ਕੁਝ ਉਦਾਹਰਨਾਂ ਹਨ: ਲੋਕਾਂ ਦਾ ਰਾਜ। ਇਹ ਵੱਖ-ਵੱਖ ਸ਼ਬਦ ਹਨ ਜਿਹੜੇ ਸੰਬੰਧਕ ਦੇ ਨਾਲ ਇਹਨਾਂ ਨੂੰ ਜੋੜਿਆ ਜਾ ਸਕਦਾ ਹੈ, ਲੇਕਿਨ ਜਦੋਂ ਅਸੀਂ ਸਮਾਸੀ ਸ਼ਬਦ ਬਣਾਵਾਂਗੇ ਤਾਂ ਸੰਬੰਧਕ ਨੂੰ ਹਟਾ ਕੇ ਉਸ ਦੀ ਜਗ੍ਹਾ ਵਿਸ਼ਰਾਮ ਚਿੰਨ੍ਹ ਜੋੜਨੇ ਦੀ ਵਰਤੋਂ ਕਰਾਂਗੇ। ਜਿਵੇਂ ਲੋਕ ਰਾਜ, ਦਿਨ ਅਤੇ ਰਾਤ,
ਇਸ ਵਿੱਚ ਅਸੀਂ ਸੰਬੰਧਕ ਅਤੇ ਹਟਾ ਕੇ ਵਿੱਚ ਜੋੜਨੀ ਲਗਾਵਾਂਗੇ। ਦਿਨ ਰਾਤ, ਸਿਰ ਅਤੇ ਪੈਰ, ਸਿਰ ਪੈਰ ਇਸ ਵਿੱਚ ਵੀ ਜੋੜਨੀ ਲੱਗੀ ਹੈ। ਸੋ ਜੋ ਨਵੇਂ ਸ਼ਬਦ ਬਣੇ ਹਨ ਉਹਨਾਂ ਦੇ ਆਪਣੇ ਵੱਖਰੇ ਅਰਥ ਹਨ ਔਰ ਵੱਖਰੇ ਰੂਪ ਵਿੱਚ ਇਹਨਾਂ ਨੂੰ ਵਰਤਿਆ ਜਾ ਸਕਦਾ ਹੈ। ਹੁਣ ਸਾਡਾ ਅੱਜ ਦਾ ਜੋ ਵਿਸ਼ਾ ਸੀ ਅਗੇਤਰ, ਉਸ ਬਾਰੇ ਦੇਖਦੇ ਹਾਂ। ਉਹ ਸ਼ਬਦਾਂਸ਼, ਸ਼ਬਦਾਂਸ਼ ਭਾਵ ਸ਼ਬਦ ਦਾ ਅੰਸ਼, ਸ਼ਬਦ ਦਾ ਹਿੱਸਾ ਜੋ ਕਿਸੇ ਮੂਲ ਸ਼ਬਦ ਦੇ ਅੱਗੇ ਲੱਗ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਂਦੇ ਹਨ, ਉਹਨਾਂ ਨੂੰ ਅਗੇਤਰ ਆਖਦੇ ਹਨ। ਜਿਵੇਂ ਅਨ, ਮੂਲ ਸ਼ਬਦ ਥਕ ਦੇ ਨਾਲ ਲੱਗ ਕੇ ਅਣਥਕ, ਔ ਗੁਣ ਮੂਲ ਸ਼ਬਦ ਦੇ ਨਾਲ ਲੱਗ ਕੇ ਔਗੁਣ, ਔਰ ਹਮ ਜੋ ਸ਼ਬਦਾਂਸ਼ ਹੈ ਜਿਸ ਨੂੰ ਅਸੀਂ ਅਗੇਤਰ ਕਹਿੰਦੇ ਹਾਂ, ਸ਼ਕਲ ਮੂਲ ਸ਼ਬਦ ਨਾਲ ਲੱਗ ਕੇ ਹਮ ਸ਼ਕਲ, ਇਹ ਨਵੇਂ ਸ਼ਬਦਾਂ ਦਾ ਨਿਰਮਾਣ ਕਰਦੇ ਹਨ। ਸਾਡੇ ਭਾਸ਼ਾ ਵਿੱਚ ਮੂਲ ਸ਼ਬਦਾਂ ਦੀ ਸੰਖਿਆ ਬਹੁਤ ਘੱਟ ਹੁੰਦੀ ਹੈ, ਲੇਕਿਨ ਅਸੀਂ ਉਸ ਦੇ ਨਾਲ ਅਗੇਤਰ ਜਾਂ ਪਿਛੇਤਰ ਲਗਾ ਕੇ ਜਾਂ ਦੋ ਸ਼ਬਦਾਂ ਨੂੰ ਜੋੜ ਕੇ ਅਸੀਂ ਨਵੇਂ ਸ਼ਬਦ ਉਹਨਾਂ ਦਾ ਨਿਰਮਾਣ ਕਰ ਲੈਂਦੇ ਹਾਂ। ਜਿਵੇਂ ਕਿ ਪਿਛੇਤਰ ਤੁਸੀਂ ਇੱਥੇ ਦੇਖ ਰਹੇ ਹੋ। ਪਿਛੇਤਰ ਕੀ ਹਨ? ਉਹ ਸ਼ਬਦਾਂਸ਼ ਜੋ ਕਿਸੇ ਮੂਲ ਸ਼ਬਦ ਦੇ ਪਿੱਛੇ ਲੱਗ ਕੇ ਇੱਕ ਨਵਾਂ ਤੇ ਸਾਰਥਕ ਸ਼ਬਦ ਬਣਾਉਂਦੇ ਹਨ, ਉਹਨਾਂ ਨੂੰ ਪਿਛੇਤਰ ਆਖਦੇ ਹਨ। ਜਿਵੇਂ ਕਿ ਇਸ ਦੇ ਨਾਮ ਤੋਂ ਹੀ ਸਪਸ਼ਟ ਹੈ, ਪਿੱਛੇ ਲੱਗਣ ਵਾਲਾ ਸ਼ਬਦਾਂਸ਼ ਪਿਛੇਤਰ ਔਰ ਅੱਗੇ ਲੱਗਣ ਵਾਲਾ ਸ਼ਬਦਾਂਸ਼ ਅਗੇਤਰ। ਪਿਛੇਤਰ ਦੀਆਂ ਉਦਾਹਰਨਾਂ ਦੇਖੋ। ਜਿਵੇਂ ਲੱਕੜ ਇੱਥੇ ਮੂਲ ਸ਼ਬਦ ਹੈ, ਕਿਉਂਕਿ ਇਸ ਨੂੰ ਹੋਰ ਛੋਟਾ ਕੀਤਿਆਂ ਇਹਦੇ ਅਰਥ ਖਤਮ ਹੋ ਜਾਣਗੇ। ਹਾਰਾ ਪਿਛੇਤਰ ਲਗਾਉਣ ਦੇ ਨਾਲ ਇਹ ਲੱਕੜ ਹਾਰਾ ਇੱਕ ਨਵਾਂ ਸ਼ਬਦ ਇਹ ਬਣ ਜਾਵੇਗਾ। ਸ਼ਰਮ ਮੂਲ ਸ਼ਬਦ ਹੈ, ਸਾਰ ਪਿਛੇਤਰ ਲਗਾਉਣ ਨਾਲ ਸ਼ਰਮਸਾਰ। ਔਰ ਲੋਕ ਮੂਲ ਸ਼ਬਦ ਹੈ। ਇੱਥੇ ਤੰਤਰ, ਇਹਦੇ ਵੀ ਆਪਣੇ ਅਰਥ ਹਨ, ਤੰਤਰ ਪ੍ਰਣਾਲੀ ਨੂੰ ਕਹਿੰਦੇ ਹਨ, ਪਰ ਪਿਛੇਤਰ ਵਜੋਂ ਇੱਥੇ ਵਰਤਿਆ ਗਿਆ ਹੈ। ਸੋ ਲੋਕ ਦੇ ਨਾਲ ਤੰਤਰ ਪਿਛੇਤਰ ਲਗਾਉਣ ਨਾਲ ਲੋਕਤੰਤਰ ਇੱਕ ਨਵਾਂ ਸ਼ਬਦ ਬਣ ਜਾਂਦਾ ਹੈ, ਜੋ ਕਿ ਸਾਡੇ ਦੇਸ਼ ਦਾ ਸਰੂਪ ਵੀ ਹੈ। ਇਸ ਤੋਂ ਬਾਅਦ ਅਸੀਂ ਹੁਣ ਅਗੇਤਰ ਇਸ ਬਾਰੇ ਪੜਾਂਗੇ। ਜਿਵੇਂ ਕਿ ਅਸੀਂ ਪਹਿਲਾਂ ਅਗੇਤਰ ਦੀ ਪਰਿਭਾਸ਼ਾ ਨੂੰ ਜਾਣ ਚੁੱਕੇ ਹਾਂ ਕਿ ਅਗੇਤਰ ਮੂਲ ਸ਼ਬਦਾਂ ਨਾਲ ਹੀ ਲੱਗਦਾ ਹੈ। ਸੋ ਇਹ ਜੋ ਇਹਦੀ ਸਟਰਕਚਰ, ਇਹਦਾ ਫਾਰਮੇਸ਼ਨ, ਇਹਦੀ ਬਣਤਰ ਹੈ, ਇਸ ਨੂੰ ਧਿਆਨ ਰੱਖਣਾ ਕਿ ਮੂਲ ਸ਼ਬਦ ਦੇ ਅੱਗੇ ਲੱਗਣ ਵਾਲਾ ਸ਼ਬਦ ਜਿਹੜਾ ਸ਼ਬਦਾਂਸ਼ ਉਹ ਅਗੇਤਰ ਹੋਵੇਗਾ, ਔਰ ਅਗੇਤਰ ਜਦੋਂ ਮੂਲ ਸ਼ਬਦ ਨਾਲ ਲੱਗੇਗਾ ਤਾਂ ਮੂਲ ਸ਼ਬਦ ਦੇ ਅਰਥਾਂ ਵਿੱਚ ਵਿਸਤਾਰ ਕਰੇਗਾ ਔਰ ਇੱਕ ਨਵਾਂ ਸ਼ਬਦ ਬਣ ਜਾਵੇਗਾ। ਇਸ ਦੀ ਉਦਾਹਰਨ ਦੇਖਦੇ ਹਾਂ। ਜਿਵੇਂ ਅਨ ਅਤੇ ਪੜ, ਇੱਥੇ ਅਨ ਅਗੇਤਰ ਹੈ ਔਰ ਪੜ ਮੂਲ ਸ਼ਬਦ ਹੈ, ਸੋ ਨਵਾਂ ਸ਼ਬਦ ਬਣ ਗਿਆ ਅਨਪੜ੍ਹ। ਇਸੇ ਤਰ੍ਹਾਂ ਨਿਰ ਅਗੇਤਰ ਹੈ, ਦੋਸ਼ ਮੂਲ ਸ਼ਬਦ ਹੈ ਔਰ ਨਵਾਂ ਸ਼ਬਦ ਕੀ ਬਣ ਗਿਆ? ਨਿਰਦੋਸ਼। ਲੋਕ ਇਹ ਅਗੇਤਰ ਹੈ, ਗੀਤ ਮੂਲ ਸ਼ਬਦ ਹੈ, ਇਸ ਤਰ੍ਹਾਂ ਨਵਾਂ ਸ਼ਬਦ ਬਣ ਗਿਆ ਲੋਕ ਗੀਤ। ਹੁਣ ਇਹ ਸਾਰਾ ਜੋ ਵੀ ਨਿਯਮ ਅਸੀਂ ਜਾਣ ਲਏ, ਅਸੀਂ ਇਸ ਦੀ ਉਦਾਹਰਨ ਵੀ ਦੇਖ ਲਈ, ਪਰ ਫਿਰ ਵੀ ਕੁਝ ਗੱਲਾਂ ਉਹ ਧਿਆਨ ਰੱਖਣ ਯੋਗ ਹਨ, ਜਿਨ੍ਹਾਂ ਬਾਰੇ ਅਸੀਂ ਹੁਣ ਅੱਗੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜਦੋਂ ਵੀ ਤੁਸੀਂ ਅਗੇਤਰ ਕਿਸੇ ਸ਼ਬਦ ਨਾਲ ਲਗਾਓ ਔਰ ਨਵੀਂ ਉਦਾਹਰਨ ਬਣਾਓ ਤਾਂ ਉਹਦੇ ਵਿੱਚ ਮੂਲ ਸ਼ਬਦਾਂ ਦਾ ਖਾਸ ਧਿਆਨ ਰੱਖੋ, ਕਿਉਂਕਿ ਅਗੇਤਰ ਕੇਵਲ ਤੇ ਕੇਵਲ ਮੂਲ ਸ਼ਬਦਾਂ ਦੇ ਨਾਲ ਲੱਗ ਕੇ ਹੀ ਨਵੇਂ ਸ਼ਬਦ ਬਣਾਉਂਦੇ ਹਨ। ਇਸੇ ਤਰ੍ਹਾਂ ਕਈ ਵਾਰ ਅਗੇਤਰ ਖੁਦ ਸਾਰਥਕ ਹੁੰਦੇ ਹਨ, ਭਾਵ ਕਿ ਅਗੇਤਰਾਂ ਦੇ ਖੁਦ ਆਪਣੇ ਵੀ ਅਰਥ ਹੁੰਦੇ ਹਨ ਜੋ ਮੂਲ ਸ਼ਬਦਾਂ ਨਾਲ ਜੁੜ ਕੇ ਸਾਰਥਕ ਸ਼ਬਦ ਦੀ ਰਚਨਾ ਕਰਦੇ ਹਨ। ਜਿਵੇਂ ਖੁਸ਼ਕਿਸਮਤ, ਖੁਸ਼ ਦੇ ਆਪਣੇ ਅਰਥ ਹਨ, ਲੇਕਿਨ ਕਿਸਮਤ ਮੂਲ ਸ਼ਬਦਾਂ ਨਾਲ ਲੱਗ ਕੇ ਇਹ ਨਵਾਂ ਸ਼ਬਦ ਬਣ ਗਿਆ ਜੋ ਵੱਖਰੇ ਤੌਰ ਤੇ ਅਰਥਾਂ ਦਾ ਧਾਰਨੀ ਹੈ, ਵੱਖਰੇ ਤੌਰ ਤੇ ਵਰਤਿਆ ਜਾ ਸਕਦਾ ਹੈ। ਜਨਸੰਖਿਆ, ਇਸ ਵਿੱਚ ਵੀ ਜਨ ਭਾਵ ਕਿ ਲੋਕ, ਇਹਦੇ ਆਪਣੇ ਵੱਖਰੇ ਅਰਥ ਹਨ। ਕਮਜ਼ੋਰ, ਕਮ ਮਤਲਬ ਘੱਟ, ਜ਼ੋਰ ਮਤਲਬ ਤਾਕਤ, ਸੋ ਘੱਟ ਤਾਕਤ, ਸੋ ਇਹ ਇੱਕ ਨਵਾਂ ਇਹਦੇ ਅਰਥ ਵਾਲਾ ਸ਼ਬਦ ਇਹ ਬਣ ਗਿਆ। ਇਸੇ ਤਰ੍ਹਾਂ ਅਗੇਤਰ ਲੱਗੇ ਸ਼ਬਦਾਂ ਦੀ ਸਹੀ ਜਾਂਚ ਲਈ ਉਹਨਾਂ ਸ਼ਬਦਾਂ ਵਿੱਚੋਂ ਮੂਲ ਸ਼ਬਦ ਵੱਖ ਕਰਕੇ ਵੇਖ ਲੈਣੇ ਚਾਹੀਦੇ ਹਨ। ਕਈ ਵਾਰ ਅਸੀਂ ਇਮਤਿਹਾਨ ਦੇ ਵਿੱਚ ਅਸੀਂ ਕੋਈ ਉਦਾਹਰਨ ਲਿਖ ਦਿੰਦੇ ਹਾਂ ਔਰ ਸੋਚਦੇ ਹਾਂ ਕਿ ਸ਼ਾਇਦ ਉਹ ਠੀਕ ਹੋਏਗਾ, ਲੇਕਿਨ ਅਗਰ ਇਸ ਨੂੰ ਪਰਖਣਾ ਹੋਵੇ ਕਿ ਵਾਕਈ ਉਹ ਉਦਾਹਰਨ ਠੀਕ ਹੈ ਤਾਂ ਜੋ ਤੁਸੀਂ ਨਵਾਂ ਸ਼ਬਦ ਬਣਾਓਗੇ ਉਹਦੇ ਵਿੱਚੋਂ ਮੂਲ ਸ਼ਬਦ ਨੂੰ ਵੱਖ ਕਰਕੇ ਇਹ ਦੇਖ ਲੈਣਾ ਕਿ ਵਾਕਈ ਹੀ ਉਹ ਮੂਲ ਸ਼ਬਦ ਉੱਥੋਂ ਨਿਖੇੜਿਆ ਜਾ ਸਕਦਾ ਹੈ ਕਿ ਨਹੀਂ। ਜਿਵੇਂ ਸਪੁੱਤਰ ਦੇ ਵਿੱਚ ਸੱਸਾ ਅਗੇਤਰ ਹੈ ਔਰ ਪੁੱਤਰ ਮੂਲ ਸ਼ਬਦ ਹੈ। ਅਸਫਲ ਵਿੱਚ ਐੜਾ ਅਗੇਤਰ ਹੈ ਔਰ ਸਫਲ ਮੂਲ ਸ਼ਬਦ ਹੈ। ਇਸੇ ਤਰ੍ਹਾਂ ਕਈ ਵਾਰ ਕੁਝ ਸ਼ਬਦ ਅਗੇਤਰ ਲੱਗੇ ਹੋਣ ਦਾ ਭੁਲੇਖਾ ਪਾਉਂਦੇ ਹਨ। ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਅਸੀਂ ਅਗੇਤਰ ਲਗਾਏ ਹੋਏ ਹਨ, ਪਰ ਅਸਲ ਦੇ ਵਿੱਚ ਉਹ ਮੂਲ ਸ਼ਬਦ ਹੁੰਦੇ ਹਨ, ਅਗੇਤਰਾਂ ਦੀ ਵਰਤੋਂ ਉੱਥੇ ਨਹੀਂ ਹੋਈ ਹੁੰਦੀ ਹੈ। ਸੋ ਇਹ ਧਿਆਨ ਰੱਖਣਾ। ਜਿਵੇਂ ਬਦਾਮ, ਹੁਣ ਬਦਾਮ ਮੂਲ ਸ਼ਬਦ ਹੈ, ਇਸ ਨੂੰ ਤੁਸੀਂ ਨਿਖੇੜ ਨਹੀਂ ਸਕੋਗੇ ਕਿਉਂਕਿ ਉਹਦੇ ਅਰਥ ਖਤਮ ਹੋ ਜਾਣਗੇ, ਪਰ ਫਿਰ ਵੀ ਜੇ ਸਾਨੂੰ ਭੁਲੇਖਾ ਲੱਗ ਜਾਵੇ, ਅਸੀਂ ਕਹਿ ਦਈਏ ਕਿ ਬਦ ਇੱਥੇ ਅਗੇਤਰ ਲੱਗਾ ਹੈ, ਤਾਂ ਇਹ ਸਾਡੀ ਸੋਚ ਬਿਲਕੁਲ ਗਲਤ ਹੋਏਗੀ ਔਰ ਅਸੀਂ ਗਲਤ ਉਦਾਹਰਨ ਉੱਥੇ ਲਿਖ ਰਹੇ ਹੋਵਾਂਗੇ। ਇਸੇ ਤਰ੍ਹਾਂ ਬਦਮਾਸ਼, ਬਦਮਾਸ਼ ਵੀ ਆਪਣੇ ਆਪ ਵਿੱਚ ਮੂਲ ਸ਼ਬਦ ਹੈ, ਇੱਥੇ ਅਗੇਤਰ ਦੀ ਵਰਤੋਂ ਨਹੀਂ ਹੋਈ ਹੈ। ਇਸ ਤੋਂ ਬਾਅਦ ਅਸੀਂ ਥੋੜੀ ਜੀ ਇੱਥੇ ਐਕਸਰਸਾਈਜ਼ ਅਸੀਂ ਅਭਿਆਸ ਕਰਾਂਗੇ। ਇੱਥੇ ਹੇਠ ਲਿਖੇ ਸ਼ਬਦਾਂ ਵਿੱਚੋਂ ਮੂਲ ਸ਼ਬਦ ਚੁਣਨ ਬਾਰੇ ਲਿਖਿਆ ਗਿਆ ਹੈ, ਭਾਵ ਕਿ ਜਿਹੜੇ ਸ਼ਬਦ ਅਗੇਤਰ ਤੋਂ ਬਿਨਾਂ ਬਣੇ ਹੋਣ।
ਹੁਣ ਅਸੀਂ ਦੇਖਾਂਗੇ ਕਿੱਥੇ ਇਹਨਾਂ ਉਦਾਹਰਨਾਂ ਵਿੱਚ ਕਿਹੜੇ ਸ਼ਬਦ ਹਨ ਜਿਨ੍ਹਾਂ ਵਿੱਚ ਅਗੇਤਰ ਨਹੀਂ ਲੱਗੇ। ਉਦਾਹਰਨਾਂ ਦੇਖੋ, ਸਭ ਤੋਂ ਪਹਿਲਾਂ ਸਕੂਲ। ਹੁਣ ਸਕੂਲ ਨੂੰ ਅਗਰ ਤੁਸੀਂ ਨਿਖੇੜੋ, ਇਸ ਨੂੰ ਹੋਰ ਛੋਟਾ ਕਰੋ ਤਾਂ ਇਹਦੇ ਅਰਥ ਖਤਮ ਹੋ ਜਾਣਗੇ, ਭਾਵ ਕਿ ਇਹਦੇ ਵਿੱਚ ਕਿਸੇ ਵੀ ਅਗੇਤਰ ਦੀ ਵਰਤੋਂ ਨਹੀਂ, ਸਕੂਲ ਆਪਣੇ ਆਪ ਵਿੱਚ ਮੂਲ ਸ਼ਬਦ ਹੈ। ਉਪਭਾਸ਼ਾ, ਇਸ ਵਿੱਚ ਉਪ ਅਗੇਤਰ ਦੀ ਵਰਤੋਂ ਹੈ। ਔਰ ਨਿਡਰ, ਇਸ ਵਿੱਚ ਨੰਨੇ ਨੂੰ ਸਿਆਰੀ ਨੇ ਦੀ ਅਗੇਤਰ ਦੀ ਵਰਤੋਂ ਕੀਤੀ ਗਈ ਹੈ, ਕਿਉਂਕਿ ਇਸ ਵਿੱਚ ਡਰ ਇਹ ਮੂਲ ਸ਼ਬਦ ਹੈ। ਦੂਸਰੇ ਵਿੱਚ ਪਰਦੇਸ, ਪਰਦੇਸ ਵਿੱਚ ਦੇਸ ਮੂਲ ਸ਼ਬਦ ਹੈ ਔਰ ਪਰ ਅਗੇਤਰ ਇਸ ਦੀ ਵਰਤੋਂ ਕੀਤੀ ਗਈ ਹੈ। ਜਨਹਿਤ, ਇਸ ਵਿੱਚ ਹਿਤ ਮੂਲ ਸ਼ਬਦ ਹੈ, ਜਨ ਅਗੇਤਰ ਵਰਤਿਆ ਗਿਆ ਹੈ। ਕਿਤਾਬ, ਇਸ ਵਿੱਚ ਕਿਸੇ ਵੀ ਅਗੇਤਰ ਦੀ ਵਰਤੋਂ ਨਹੀਂ ਕੀਤੀ ਗਈ। ਬਹੁਗਿਣਤੀ, ਇਸ ਵਿੱਚ ਬਹੁ ਇਹ ਅਗੇਤਰ ਹੈ। ਕੁੜੀ, ਹੁਣ ਕੁੜੀ ਦੇ ਵਿੱਚ ਕਿਸੇ ਅਗੇਤਰ ਦੀ ਵਰਤੋਂ ਨਹੀਂ, ਲੇਕਿਨ ਕਈ ਵਾਰ ਕੁਝ ਗਲਤ ਫਹਿਮੀ ਹੋ ਜਾਂਦੀ ਹੈ, ਕੁਝ ਬੱਚੇ ਗਲਤ ਲਿਖ ਦਿੰਦੇ ਹਨ। ਕੱਕੇ ਨੂੰ ਔਂਕੜ ਕੁ, ਜਿਵੇਂ ਕਪੁੱਤਰ, ਜਿਹੜਾ ਇੱਕ ਤੁਸੀਂ ਉਦਾਹਰਨ ਸੁਣੀ ਹੋਏਗੀ, ਸੋ ਉਸ ਅਰਥ ਦੇ ਵਿੱਚ ਕਈ ਬੱਚੇ ਕੁ ਅਗੇਤਰ ਲਗਾ ਕੇ ਕੁੜੀ ਨੂੰ ਉੱਥੇ ਉਦਾਹਰਨ ਲਿਖ ਦਿੰਦੇ ਹਨ, ਜੋ ਕਿ ਬਿਲਕੁਲ ਗਲਤ ਹੈ। ਕੁੜੀ ਆਪਣੇ ਆਪ ਵਿੱਚ ਮੂਲ ਸ਼ਬਦ ਹੈ। ਬੇਘਰ, ਇਸ ਵਿੱਚ ਬੇ ਅਗੇਤਰ ਲੱਗਾ ਹੈ। ਸਵੈ ਜੀਵਨੀ, ਇਸ ਵਿੱਚ ਸਵੈ ਅਗੇਤਰ ਹੈ। ਹਮ ਸ਼ਕਲ ਵਿੱਚ ਹਮ ਅਗੇਤਰ ਹੈ, ਲੇਕਿਨ ਮੋਰ ਦੇ ਵਿੱਚ ਕੋਈ ਅਗੇਤਰ ਨਹੀਂ ਲੱਗਾ, ਆਪਣੇ ਆਪ ਵਿੱਚ ਇਹ ਮੂਲ ਸ਼ਬਦ ਹੈ। ਇਸੇ ਤਰ੍ਹਾਂ ਗਾਂ, ਇਹ ਮੂਲ ਸ਼ਬਦ ਹੈ, ਲੇਕਿਨ ਪ੍ਰਤੀ ਦਿਨ, ਇਸ ਵਿੱਚ ਪ੍ਰਤੀ ਅਗੇਤਰ ਦੀ ਵਰਤੋਂ ਕੀਤੀ ਗਈ ਹੈ। ਔਰ ਸ਼ਹਿਰ, ਇਹ ਵੀ ਮੂਲ ਸ਼ਬਦ ਹੈ, ਇਸ ਵਿੱਚ ਕਿਸੇ ਅਗੇਤਰ ਦੀ ਵਰਤੋਂ ਨਹੀਂ ਕੀਤੀ ਗਈ ਹੈ। ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਸਾਰੇ ਨਿਯਮ ਇਹਨਾਂ ਦੀ ਸਮਝ ਆ ਗਈ ਹੋਵੇਗੀ। ਧੰਨਵਾਦ।